नानक होर पातशाहियां कूड़ियां, नाम रते पातशाह। एक ओंकार सतगुर प्रसाद। तखत राजा सो बहै, जे तख्तै लायक होई। जिन्नी सच पछाणिया, सच राजे सोई। एह भूपत राजे ना आखिए, दूजै पाए दुख होई। कीता क्या सालाहिए, जिस जांदे बिलम न होई। निहचल सच्चा एक है, गुरमुख बूझै सो निहचल होई। मारू वार महला तीजा। श्लोक महला पहला। भूमिका। मेरे अंदरों हमेशा एक आवाज आउंदी रही है, बंदगी कर। बंदगी दे जरिए तू अपने अंदर लुकी पातशाही हासिल कर सकेगा। बड़ा चिर इस आवाज दी मैं परवाह ना कीती। कदी कदी हस के जवाब दे छड़दा सा, भूखे भगत ना कीजे। फिर किसी डूंगे समुंदर विचों लहरा दी तरह लगातार आवाज आउनी शुरू हो जावे, बंदगी कर, बिन हर भजन नहीं छुटकारा। आखिर मैं इस आवाज अगे अपने सारे शंके रख दिते। मैं कहा, मैं क्यों बंदगी करा, क्यों अखियां मिटा। दुनिया बड़ी सोहनी है, इस विच सोहने दरिया, सोहने पहाड़, सोहना आसमान, सोहने सितारे, सोहने मंदिर, सोहने मित्र, सोहनिया सेजा, सब सुंदर चीजां हन। ਇਹ सुन के एक आवाज मध्यम पै गई। यह आवाज मध्यम पै गई। मैं खुश होया कि शायद मैं इसनूं सदा लई चुप करा दिता है। पर कुछ चिर पिछों फिर मेरे अंदरों यह आवाज चौणे जोर नाल आउण लग पई, बंदगी कर, तेरे गुरुदेव ने झूठ नहीं आख्या। अवर काज तेरे कितै ना काम। आसा महला पंजवा। जन्म बिरथा जात रंग माया के, साथ ना चालै बिन भजन, दिखिया सगली छार। जो दुनिया तेनू सोहनी नजर आउंदी है, ये असल विच तेरा अपना नुक्ता निगाह है। सुखिए को पेखै सब सुखिया, रोगी कै भाणै सब रोगी। सोरठ महला पंजवा। जिस चीज नू कोई सोहनी समझदा है, ਉਹ ਚੀਜ਼ ਉਸਨੂੰ ਸੋਹਣੀ ਭਾਸਣ ਲੱਗ ਜਾਂਦੀ ਹੈ। ਦਰਿਆ ਤੈਨੂੰ ਸੋਹਣੇ ਲੱਗਦੇ ਹਨ, ਪਰ ਉਸ ਮਾਤਾ ਨੂੰ ਜਿਸ ਦੇ ਪੁੱਤਰ ਦੀ ਸਣੇ ਡੋਲੇ ਜੰਜ ਪਾਰ ਹੋਣ ਲੱਗਿਆ ਕਿਸੇ ਦਰਿਆ ਦੀ ਭੇਟਾ ਹੋ ਚੁੱਕੀ ਹੋਵੇ, ਉਸ ਮਾਤਾ ਨੂੰ ਇਹੋ ਦਰਿਆ ਸੱਪ ਵਾਂਗਰ ਟੇਢੇ ਤੇ ਵਿਸ ਭਰੇ ਲੱਗਦੇ ਹੋਣਗੇ। ਇਹੀ ਦਰਿਆ ਹਰ ਸਾਲ ਸੈਂਕੜੇ ਪਿੰਡਾਂ ਨੂੰ ਰੋੜ ਕੇ ਹਜ਼ਾਰਾਂ ਵਸਦੇ ਇਨਸਾਨਾਂ ਨੂੰ ਤਬਾਹ ਕਰ ਦਿੰਦੇ ਹਨ। ਪਹਾੜ ਤੈਨੂੰ ਸੋਹਣੇ ਲੱਗਦੇ ਹਨ, ਪਰ ਕਾਂਗੜੇ ਦੇ ਭੂਚਾਲ ਵਿੱਚ ਖਿੱਥੇ ਗਏ ਲੋਕਾਂ ਦੇ ਰਿਸ਼ਤੇਦਾਰਾਂ ਨੂੰ ਪੁੱਛ, ਜਿਨ੍ਹਾਂ ਦੀ ਹਨੇਰੀ ਦੁਨੀਆ ਵਿੱਚ ਇਹ ਪਹਾੜ ਜਮਦੂਤ ਬਣ ਕੇ ਨਜ਼ਰ ਆ ਰਹੇ ਹਨ। ਤੂੰ ਕਹਿੰਦਾ ਹੈ ਸਿਤਾਰੇ ਬੜੇ ਸੋਹਣੇ ਹਨ, ਪਰ ਕੁਝ ਇਸੇ ਬਿਰਹਨ ਦੇ ਦਿਲ ਕੋਲੋਂ ਸਿਤਾਰਿਆਂ ਦਾ ਟਿਮਟਿਮਾਣਾ ਉਸਦੇ ਵਿਛੋੜੇ ਨੂੰ ਕਿਸ ਤਰ੍ਹਾਂ ਟਿਚਕਰਾ ਕਰਦਾ ਭਾਸਦਾ ਹੈ। ਦੁਨੀਆ ਨਾ ਸੋਹਣੀ ਹੈ ਨਾ ਕੋਝੀ ਹੈ, ਇਸ ਨੂੰ ਜਿਸ ਨਿਗਾਹ ਨਾਲ ਵੇਖੋ ਵੈਸੀ ਹੀ ਭਾਸਦੀ ਹੈ। ਇਸ ਵਾਸਤੇ ਤੇਰੀ ਆਪਣੀ ਨਿਗਾਹ ਵਿੱਚ ਹੀ ਸਭ ਤਾਕਤ ਹੈ। ਇਸ ਤਾਕਤ ਨੂੰ ਬਾਹਰ ਦੀ ਬਜਾਏ ਅੰਦਰ ਦੀ ਤਰਫ ਵਰਤ ਕੇ ਵੇਖ, ਤੇਰੇ ਸਭ ਸ਼ੰਕੇ ਦੂਰ ਹੋ ਜਾਣਗੇ। ਤੈਨੂੰ ਦੁਨੀਆ ਦੀ ਅਸਲੀਅਤ ਦੀ ਸਮਝ ਆ ਜਾਵੇਗੀ। ਤੈਨੂੰ ਮੌਤ ਦਾ ਡਰ ਨਹੀਂ ਰਹੇਗਾ। ਦੁਨੀਆ ਤੇ ਦੁਨਿਆਵੀ ਖੁਸ਼ੀਆਂ ਗਮੀਆਂ ਤੁੱਛ ਜਾਪਣਗੀਆਂ। ਤੇਰੇ ਅੰਦਰ ਦੀਆਂ ਤਾਕਤਾਂ ਜਾਗਣਗੀਆਂ, ਜਿਨ੍ਹਾਂ ਦੇ ਸਾਹਮਣੇ ਕਿਸੇ ਦੁਨਿਆਵੀ ਤਾਕਤ ਦੀ ਕੋਈ ਹਸਤੀ ਨਹੀਂ ਰਹੇਗੀ। ਤੂੰ ਆਖਦਾ ਹੈ ਭੁੱਖੇ ਭਗਤ ਨਾ ਕੀਜੈ, पर दरअसल बिना संतोख नाही को राजै। सत है, मेरा विश्वास कर, भुखा नूं निवृत्त करन दा वड्डा उपाव भगती है। असली भुख पेट भरिया नहीं हटदी, मन भरिया हटदी है, क्योंकि सब भुखां दा सोमा मन है। मन नूं संतोख आउंदिया सब तृष्णा निवृत्त हो जाएगी। नानक सच्चे नाम बिन किसै न लथी भुख। जा सतगुर मिले मन संतोखिए, ता फिर तृष्णा भुख ना होए। धन गुरु अमरदास जी महाराज। इसे तरह कई मुद्दतां तक अंदरली आवाज नाल टाल मटोल करदा रहा। इस नूं चिड़ाण वास्ते इस दे विरुद्ध कई शर्मनाक कर्म करदा रहा।
ਪਰ ਇਸ ਦੀਆਂ ਅਣਥੱਕ ਅਪੀਲਾਂ ਬੰਦ ਨਾ ਹੋਈਆਂ। ਆਖਰ ਮੈਂ ਮਜ਼ਹਬ ਦੀ ਸੱਚੇ ਅਰਥਾਂ ਵਿੱਚ ਪੜਚੋਲ ਸ਼ੁਰੂ ਕਰ ਦਿੱਤੀ। ਮੇਰਾ ਮੁੜ ਤੋਂ ਨਿਸ਼ਚਾ ਸੀ ਕਿ ਮੈਂ ਸਿੱਖਾਂ ਦੇ ਘਰ ਜਨਮ ਲਿੱਤਾ ਹੈ। ਮੈਨੂੰ ਸ਼ਾਂਤੀ ਗੁਰੂ ਨਾਨਕ ਦੀ ਤਾਲੀਮ ਤੋਂ ਹੀ ਮਿਲੇਗੀ। ਇਸ ਵਾਸਤੇ ਮੈਂ ਬਾਬੇ ਦਾ ਬੂਹਾ ਖੜਕਾਣਾ ਸ਼ੁਰੂ ਕੀਤਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਭਾਵੇਂ ਆਪਣੀ ਮਾਤ ਭਾਸ਼ਾ ਵਿੱਚ ਲਿਖੀ ਹੋਈ ਹੈ, ਪਰ ਇਸ ਨੂੰ ਚੰਗੀ ਤਰ੍ਹਾਂ ਸਮਝਣਾ ਕੋਈ ਸੌਖਾ ਕੰਮ ਨਹੀਂ। ਵਿਚਾਰਵਾਨ ਖੋਜੀ ਨੂੰ ਕਈ ਸੱਚੇ ਸ਼ੰਕੇ ਪੈਦਾ ਹੁੰਦੇ ਹਨ, ਜਿਨ੍ਹਾਂ ਨੂੰ ਦੂਰ ਕਰਨ ਵਾਸਤੇ ਸਿੱਖਾਂ ਵਿੱਚ ਕੋਈ ਤਸੱਲੀ ਬਖਸ਼ ਪ੍ਰਬੰਧ ਨਹੀਂ। ਗੁਰਬਾਣੀ ਦੇ ਨਾਮ ਦੇ ਅਭਿਆਸੀ ਕਈ ਹਨ, ਪਰ ਪੱਛਮੀ ਵਿਦਿਆ ਪੜ੍ਹੇ ਲਿਖੇ ਦਿਮਾਗਾਂ ਦੀਆਂ ਮੁਸ਼ਕਲਾਂ ਨੂੰ ਉਹ ਖੁਦ ਨਾ ਸਮਝਣ ਕਰਕੇ ਦੂਰ ਨਹੀਂ ਕਰ ਸਕਦੇ। ਮੈਂ ਕੁਦਰਤੀ ਤੌਰ ਤੇ ਅੰਧ ਵਿਸ਼ਵਾਸ ਵਿੱਚ ਯਕੀਨ ਨਹੀਂ ਰੱਖਦਾ ਸਾਂ। ਇਸ ਵਾਸਤੇ ਜਿੱਥੇ ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਕਿਸੇ ਗੱਲ ਦੀ ਸਮਝ ਨਹੀਂ ਸੀ ਆਉਂਦੀ, ਮੈਂ ਸਮਝਣ ਵਾਸਤੇ ਦਿਲੋਂ ਪ੍ਰਾਰਥਨਾ ਕਰਦਾ ਅਤੇ ਦਿਲ ਵਿੱਚ ਯਕੀਨ ਕਰਦਾ ਕਿ ਗੁਰੂ ਵਾਕ ਬਿਲਕੁਲ ਠੀਕ ਹਨ। ਮੇਰੀ ਅਕਲ ਊਣੀ ਹੋਣ ਕਰਕੇ ਅਜੇ ਸਮਝ ਨਹੀਂ ਸਕਦੀ। ਇਸ ਤਰ੍ਹਾਂ ਸਬਰ ਨਾਲ ਉਡੀਕ ਕੀਤਿਆਂ ਮੇਰੀ ਹਮੇਸ਼ਾ ਅਗਵਾਈ ਹੁੰਦੀ ਰਹੀ। ਭਜਨ ਕਰਕੇ ਕਈ ਵਾਰੀ ਐਸੇ ਸੁਤੇ ਸਿੱਧ ਖਿਆਲ ਫਲੈਸ਼ਿਜ਼ ਆ ਜਾਵਣ, ਜਿਨ੍ਹਾਂ ਨਾਲ ਸਾਲਾਂ ਭਰ ਦੇ ਸ਼ੰਕੇ ਛਿਨ ਵਿੱਚ ਦੂਰ ਹੋ ਜਾਂਦੇ ਸਨ। ਕਈ ਵਾਰੀ ਮੇਰੀ ਨਜ਼ਰ ਵਿੱਚ ਐਸੀਆਂ ਕਿਤਾਬਾਂ, ਐਸੇ ਲੇਖ ਲੰਘਾਏ ਜਾਂਦੇ ਪ੍ਰਕਿਰਤੀ ਵੱਲੋਂ, ਜਿਨ੍ਹਾਂ ਨੂੰ ਪੜ੍ਹ ਕੇ ਮੈਂ ਹੈਰਾਨ ਹੋ ਜਾਂਦਾ ਸਾਂ। ਇੰਝ ਜਾਪਦਾ ਸੀ ਜਿਵੇਂ ਉਹ ਮੇਰੇ ਹੀ ਸ਼ੰਕਿਆਂ ਦੇ ਜਵਾਬ ਵਿੱਚ ਲਿਖਵਾਏ ਗਏ ਸਨ। ਇਸੇ ਤਰ੍ਹਾਂ ਮੇਰੇ ਬਹੁਤ ਸਾਰੇ ਸੱਚੇ ਭਰਮ ਅਤੇ ਸ਼ੱਕ ਦੂਰ ਹੁੰਦੇ ਰਹੇ ਹਨ। ਭਾਵੇਂ ਮੈਂ ਸ਼ੁਰੂ ਤੋਂ ਹੀ ਇਸ ਅੰਦਰਲੀ ਆਵਾਜ਼ ਦੀ ਬੜੀ ਬੇਪਰਵਾਹੀ ਕਰਦਾ ਰਿਹਾ ਹਾਂ ਅਤੇ ਇਸ ਦੇ ਕਹਿਣ ਅਨੁਸਾਰ ਘੱਟ ਹੀ ਚੱਲਿਆ ਹਾਂ, ਫਿਰ ਵੀ ਹੈਰਾਨਗੀ ਇਸ ਗੱਲ ਦੀ ਹੈ ਕਿ ਮੇਰੇ ਇਸ ਸਲੂਕ ਦੇ ਬਾਵਜੂਦ ਵੀ ਇਹ ਆਵਾਜ਼ ਮੇਰੇ ਕੰਨਾਂ ਵਿੱਚ ਗੂੰਜਣੋਂ ਅਤੇ ਮੈਨੂੰ ਸਿੱਧੇ ਰਸਤੇ ਵੱਲ ਪ੍ਰੇਰਣੋਂ ਕਦੇ ਨਹੀਂ ਟਲੀ। ਹੁਣ ਮੈਨੂੰ ਇਸ ਆਵਾਜ਼ ਦੀ ਬੜੀ ਕਦਰ ਹੈ। ਮੈਂ ਇਸ ਦਾ ਬੜਾ ਧੰਨਵਾਦੀ ਹਾਂ। ਇਹ ਆਤਮਾ ਦੀ ਆਵਾਜ਼ ਸਭ ਨੂੰ ਕਿਸੇ ਨਾ ਕਿਸੇ ਤਰੀਕੇ ਵਿੱਚ ਜ਼ਰੂਰ ਟੁੰਬਦੀ, ਜਗਾਉਂਦੀ ਅਤੇ ਆਪਣਾ ਅਰਸ਼ੀ ਪੈਗਾਮ ਸੁਣਾਉਂਦੀ ਰਹਿੰਦੀ ਹੈ। ਹਰ ਇੱਕ ਇਨਸਾਨ ਆਪਣੀ ਆਪਣੀ ਅਵਸਥਾ ਅਨੁਸਾਰ ਇਸ ਆਵਾਜ਼ ਨੂੰ ਪਛਾਣਦਾ, ਸਮਝਦਾ ਤੇ ਇਸ ਤੋਂ ਫਾਇਦਾ ਉਠਾਉਂਦਾ ਹੈ। ਇਸ ਆਵਾਜ਼ ਦੀ ਪ੍ਰੇਰਣਾ ਨਾਲ ਮੈਂ ਬਹੁਤ ਸਾਰੀਆਂ ਧਾਰਮਿਕ ਪੁਸਤਕਾਂ ਪੜ੍ਹੀਆਂ, ਕਈ ਮਹਾਤਮਾ ਪਾਸ ਜਾ ਕੇ ਸ਼ੰਕੇ ਨਿਵਰਤ ਕੀਤੇ। ਅਭਿਆਸ ਦੇ ਜ਼ਰੀਏ ਆਤਮਕ ਅਸੂਲਾਂ ਨੂੰ ਅਜ਼ਮਾਉਣ ਦਾ ਮੈਨੂੰ ਸ਼ੌਕ ਸੀ। ਕਈ ਐਸੀਆਂ ਆਤਮਕ ਗੁੰਝਲਾਂ ਹਨ ਜੋ ਜ਼ਾਹਿਰਾ ਤੌਰ ਤੇ ਇੱਕ ਦੂਸਰੇ ਦੇ ਉਲਟ ਦਿਸਦੀਆਂ ਹਨ, ਪਰ ਸਿਮਰਨ ਅਭਿਆਸ ਨਾਲ ਸਮੁੱਚੀ ਸੱਚਾਈ ਨਜ਼ਰ ਆਉਂਦੀਆਂ ਹਨ। ਇਸ ਵਾਸਤੇ ਮੇਰੀ ਖੋਜ ਦਾ ਤਰੀਕਾ ਧਰਮ ਪੁਸਤਕਾਂ ਪੜ੍ਹਨੀਆਂ, ਸੱਚੇ ਮਹਾਤਮਾਵਾਂ ਦਾ ਸਤਸੰਗ ਕਰਨਾ ਅਤੇ ਉਹਨਾਂ ਦੇ ਉਪਦੇਸ਼ਾਂ ਨੂੰ ਬੰਦਗੀ ਦੇ ਜ਼ਰੀਏ ਪਰਤੱਖ ਦੇਖਣ, ਸਮਝਣ, ਅਜ਼ਮਾਉਣ ਦੀ ਕੋਸ਼ਿਸ਼ ਕਰਨੀ ਅਤੇ ਨਤੀਜਿਆਂ ਨੂੰ ਨੋਟ ਕਰਨਾ ਰਿਹਾ ਹੈ। ਭਾਵੇਂ ਅਜੇ ਤੱਕ ਮੈਂ ਮੁਕੰਮਲ ਨਹੀਂ ਬਣ ਸਕਿਆ ਅਤੇ ਅਜੇ ਵੀ ਕਈ ਵਾਰੀ ਤਰਸਯੋਗ ਹਾਲਤ ਵਿੱਚ ਫਸ ਜਾਂਦਾ ਹਾਂ। ਮੈਂ ਭੋਗ ਵਿਲਾਸ ਦਾ ਸ਼ੌਕੀਨ ਨਹੀਂ, ਪਰ ਇਸਤਰੀ ਜ਼ਾਤ ਦੀ ਕਸ਼ਿਸ਼ ਤੇ ਸੁੰਦਰਤਾ ਦੇ ਛਲ ਤੋਂ ਅਜੇ ਤੱਕ ਪੂਰਾ ਆਜ਼ਾਦ ਨਹੀਂ ਹੋ ਸਕਿਆ। ਇਸ ਕਮਜ਼ੋਰੀ ਨੇ ਮੇਰੀ ਬੰਦਗੀ ਦੇ ਰਸਤੇ ਵਿੱਚ ਬੜੇ ਵਿਘਨ ਪਾਏ ਹਨ। ਫਿਰ ਵੀ ਸਿਮਰਨ ਕਮਾਈ ਨੇ ਜੋ ਮੇਰੀ ਦੁਨੀਆ ਵਿੱਚ ਤਬਦੀਲੀ ਆਂਦੀ ਹੈ, ਨਵੇਂ ਜੀਵਨ ਦਾ ਤਜਰਬਾ ਕਰਾਇਆ ਹੈ, ਉਹ ਮੇਰਾ ਦਿਲ ਹੀ ਜਾਣਦਾ ਹੈ। ਮੇਰੀ ਇਸ ਨਵੀਂ ਦੁਨੀਆ ਵਿੱਚ ਦੁੱਖ ਨਹੀਂ, ਸੰਤਾਪ ਨਹੀਂ, ਕਲਪਨਾ ਨਹੀਂ, ਭਟਕਣਾ ਨਹੀਂ, ਭੁੱਖ ਨਹੀਂ, ਤ੍ਰਿਸ਼ਨਾ ਨਹੀਂ, ਆਨੰਦ ਹੀ ਆਨੰਦ ਹੈ, ਸ਼ਾਂਤੀ ਹੀ ਸ਼ਾਂਤੀ ਹੈ, ਸਰੂਰ ਹੀ ਸਰੂਰ ਹੈ, ਬੇਪਰਵਾਹੀ ਹੀ ਬੇਪਰਵਾਹੀ ਹੈ। ਇਸ ਅੰਦਰਲੀ ਦੁਨੀਆ ਵਿੱਚ ਛਿਨ ਪਰ ਰਹਿਣ ਦੀ ਬਰਾਬਰੀ ਬਾਹਰਲੀ ਦੁਨੀਆ ਦੇ ਵੱਡੇ ਤੋਂ ਵੱਡੇ ਰਸ ਤੇ ਪਦਾਰਥ ਨਹੀਂ ਕਰ ਸਕਦੇ। ਇਹਨਾਂ ਦਾ ਮੁਕਾਬਲਾ ਸੂਰਜ ਤੇ ਟਟਹਿਣੇ ਵਾਲੀ ਗੱਲ ਹੈ। ਭਾਵੇਂ ਕੁਦਰਤ ਨੇ ਜਿਸ ਕਿਰਪਾ ਤੇ ਦਰਿਆ ਦਿਲੀ ਨਾਲ ਸੱਚ ਦੀ ਤਲਾਸ਼ ਵਿੱਚ ਮੇਰੀ ਮਦਦ ਕੀਤੀ ਹੈ, ਉਸ ਦਾ ਬਦਲਾ ਕਿਸੇ ਹਾਲਤ ਵਿੱਚ ਵੀ ਨਹੀਂ ਦਿੱਤਾ ਜਾ ਸਕਦਾ, ਪਰ ਫਿਰ ਵੀ ਉਸ ਸ਼ੁਕਰ ਨੂੰ ਮੈਂ ਇਸ ਪੁਸਤਕ ਦੇ ਰਾਹੀਂ ਪ੍ਰਗਟ ਕਰਨਾ ਚਾਹੁੰਦਾ ਹਾਂ, ਜਿਸ ਨਾਲ ਮੇਰਾ ਦਿਲ ਭਰਪੂਰ ਅਤੇ ਸਿਰ ਨੀਵਾਂ ਹੈ। ਸ਼ਾਇਦ ਕਿਸੇ ਲੋੜਵੰਦ ਰੱਬ ਦੇ ਪਿਆਰੇ ਦੀ ਕੋਈ ਗੁੰਝਲ ਖੁੱਲ ਸਕੇ ਅਤੇ ਉਸ ਨੂੰ ਸੱਚ ਦੀ ਤਲਾਸ਼ ਵਿੱਚ ਮਦਦ ਮਿਲ ਸਕੇ। ਪੱਛਮੀ ਖਿਆਲ ਦੇ ਪ੍ਰਭਾਵ ਹੇਠ ਨੌਜਵਾਨ ਮਾਦਾ ਪ੍ਰਸਤੀ ਤੇ ਨਾਸਤਕ ਹੁੰਦੇ ਜਾ ਰਹੇ ਹਨ, ਜਿਨ੍ਹਾਂ ਨਾਲ ਨਾ ਤੇ ਨਾਰਾਜ਼ ਹੋਇਆ ਕੋਈ ਫਾਇਦਾ ਹੈ ਤੇ ਨਾ ਹੀ ਬੇਫਿਕਰ ਤੇ ਬੇਪਰਵਾਹ
ਬੇਪਰਵਾਹ ਹੋਇਆ ਮੁਸ਼ਕਲ ਹੱਲ ਹੁੰਦੀ ਹੈ। ਇਸ ਹਾਲਤ ਨੂੰ ਦਰੁਸਤ ਕਰਨ ਦਾ ਸਭ ਤੋਂ ਚੰਗਾ ਤਰੀਕਾ ਆਪਣੇ ਪਿਓ ਦਾਦੇ ਦਾ ਖਜ਼ਾਨਾ ਖੋਲ ਕੇ ਇਹਨਾਂ ਭਰਾਵਾਂ ਦੇ ਅੱਗੇ ਰੱਖ ਦੇਣਾ ਹੈ। ਸੱਚਾਈ ਦਾ ਉਹਨਾਂ ਤਰੀਕਿਆਂ ਵਿੱਚ ਪ੍ਰਚਾਰ ਹੋਣਾ ਚਾਹੀਦਾ ਹੈ ਜਿਨ੍ਹਾਂ ਨਾਲ ਵਿਦਵਾਨ ਤਬਕੇ ਦੇ ਵਿਚਾਰ ਤੇ ਦਿਮਾਗ ਉੱਤੇ ਅਸਰ ਹੋਵੇ। ਅੱਜ ਕੱਲ੍ਹ ਦੇ ਸਮੇਂ ਵਿੱਚ ਕਿਸੇ ਚੀਜ਼ ਦੀ ਲੋੜ ਅਤੇ ਵਡਿਆਈ ਨੂੰ ਦੁਨੀਆ ਉਦੋਂ ਤੱਕ ਮੰਨਣ ਵਾਸਤੇ ਤਿਆਰ ਨਹੀਂ ਜਦ ਤੱਕ ਜ਼ਿੰਦਗੀ ਵਿੱਚ ਉਸਦੇ ਅਮਲੀ ਤੌਰ ਤੇ ਲਾਭ ਜਾਂ ਫਾਇਦੇ ਚੰਗੀ ਤਰ੍ਹਾਂ ਸਾਬਤ ਨਾ ਕੀਤੇ ਜਾਣ। ਦੁਨੀਆ ਆਮ ਤੌਰ ਤੇ ਰੱਬ ਦੀ ਬੰਦਗੀ, ਸੱਚ ਦੀ ਖੋਜ, ਮਜ਼ਹਬ ਦੀ ਜ਼ਰੂਰਤ ਨੂੰ ਬੇਲੋੜਾ, ਬੇਫਾਇਦਾ ਸਮਝਣ ਲੱਗ ਪਈ ਹੈ। ਇਸ ਵਿੱਚ ਦੁਨੀਆ ਦਾ ਇਤਨਾ ਦੋਸ਼ ਨਹੀਂ ਜਿਤਨਾ ਮਜ਼ਹਬ ਦੇ ਉਹਨਾਂ ਪ੍ਰਚਾਰਕਾਂ ਦਾ ਹੈ ਜਿਨ੍ਹਾਂ ਮਜ਼ਹਬ ਦੇ ਅਸਲੀ ਰੂਹਾਨੀ ਪਹਿਲੂ ਨੂੰ ਨਾ ਖੁਦ ਸਮਝਿਆ, ਨਾ ਕਮਾਇਆ ਤੇ ਨਾ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਹੈ। ਮੇਰਾ ਯਕੀਨ ਹੈ ਕਿ ਮਜ਼ਹਬ ਦੀ ਸਹੀ ਤਰਜ਼ਮਾਨੀ ਬੰਦੇ ਨੂੰ ਦੇਵਤਾ ਤੇ ਦੁਨੀਆ ਨੂੰ ਸਵਰਗ ਬਣਾ ਸਕਦੀ ਹੈ ਅਤੇ ਜਦ ਤੱਕ ਮਜ਼ਹਬ ਦੀ ਗਲਤ ਤਰਜ਼ਮਾਨੀ ਹੁੰਦੀ ਰਹੇਗੀ ਬੰਦੇ ਸ਼ੈਤਾਨ ਤੇ ਇਹ ਦੁਨੀਆ ਮੱਕਾਰੀ, ਬੇਰਹਿਮ, ਬੇਇਨਸਾਫੀ ਦਾ ਅੱਡਾ ਬਣੀ ਰਹੇਗੀ। ਕਸੂਰ ਮਜ਼ਹਬ ਦਾ ਨਹੀਂ, ਮਜ਼ਹਬ ਦੇ ਸਮਝਹੀਨ, ਖੁਦਗਰਜ਼ ਅਤੇ ਛੋਟੀ ਦ੍ਰਿਸ਼ਟੀ ਵਾਲੇ ਪ੍ਰਚਾਰਕਾਂ ਦਾ ਹੈ। ਮੇਰੇ ਖਿਆਲ ਵਿੱਚ ਪੱਛਮ ਤੇ ਪੂਰਬ ਦੀਆਂ ਸਾਰੀਆਂ ਮੁਸ਼ਕਿਲਾਂ ਦਾ ਪੱਕਾ ਇਲਾਜ ਮਜ਼ਹਬ ਦੀ ਅਸਲੀ ਤੇ ਸੱਚੀ ਸਿੱਖਿਆ ਵਿੱਚ ਹੈ। ਮਜ਼ਹਬ ਦੇ ਸਹੀ ਪ੍ਰਚਾਰ ਨਾਲ ਅਸੀਂ ਆਪਣੀ ਅਤੇ ਮਜ਼ਹਬ ਦੇ ਗਲਤ ਪ੍ਰਚਾਰ ਤੋਂ ਤੰਗ ਆਈ ਦੁਨੀਆ ਦੀ ਹਾਲਤ ਨੂੰ ਸੁਧਾਰ ਕੇ ਜ਼ਮੀਨ ਤੇ ਰਹਿੰਦੇ ਹੋਏ ਅਰਸ਼ੀ ਹੁਲਾਰੇ ਲੈ ਸਕਦੇ ਹਾਂ। ਬੰਦਗੀ ਕਰਨ ਦੇ ਬੇਸ਼ੁਮਾਰ ਦੁਨਿਆਵੀ ਤੇ ਆਤਮਕ ਫਾਇਦੇ ਹਨ, ਜਿਹਾ ਕਿ ਬੰਦਗੀ ਕਰਨ ਨਾਲ ਦਿਲ ਦ੍ਰਿੜ ਤੇ ਦਿਮਾਗ ਸਾਫ਼ ਹੋ ਜਾਂਦਾ ਹੈ, ਬਰੀਕ ਤੋਂ ਬਰੀਕ ਵਿਚਾਰ ਕਰਨ ਦੇ ਕਾਬਲ ਹੋ ਜਾਂਦਾ ਹੈ। ਦੁਨਿਆਵੀ ਤਰੱਕੀ ਵਾਸਤੇ ਇਹੀ ਦੋਵੇਂ ਗੱਲਾਂ ਜ਼ਰੂਰੀ ਹਨ ਅਤੇ ਕੇਵਲ ਇਹਨਾਂ ਵਾਸਤੇ ਹੀ ਮਜ਼ਹਬ ਦੀ ਰਹਿਨੁਮਾਈ ਬੜੀ ਜ਼ਰੂਰੀ ਹੈ। ਬੰਦਗੀ ਕਰਨ ਨਾਲ ਆਦਰਸ਼ਕ ਜਿਸਮਾਨੀ ਸਿਹਤ ਹਾਸਲ ਹੋ ਸਕਦੀ ਹੈ। ਸਿਹਤ ਹਜ਼ਾਰ ਨਿਅਮਤ ਦਾ ਅਸਲੀ ਸਵਾਦ ਬੰਦਗੀ ਕਰਨ ਵਾਲਾ ਹੀ ਮਾਣ ਸਕਦਾ ਹੈ। ਅਵਲ ਤਾਂ ਬੰਦਗੀ ਕਰਨ ਵਾਲੇ ਨੂੰ ਕੋਈ ਬਿਮਾਰੀ ਆਉਂਦੀ ਹੀ ਨਹੀਂ, ਪਰ ਜੇ ਕਦੀ ਆਵੇ ਤਾਂ ਖੁਦ ਬਖੁਦ ਬਗੈਰ ਦਵਾਈਆਂ ਦੀ ਮਦਦ ਦੇ ਜਾਂ ਘੱਟ ਤੋਂ ਘੱਟ ਦਵਾਈਆਂ ਦੀ ਮਦਦ ਨਾਲ ਬੰਦਗੀ ਦੀ ਦਸ਼ਾ ਵਿੱਚ ਜਾਣ ਨਾਲ ਹੀ ਦੂਰ ਹੋ ਜਾਂਦੀ ਹੈ। ਬੰਦਗੀ ਦੇ ਉੱਚੇ ਮੰਡਲਾਂ ਵਿੱਚ ਪਹੁੰਚ ਕੇ ਅਭਿਆਸੀ ਬਿਮਾਰੀਆਂ ਤੇ ਮੌਤ ਦੇ ਭੈ ਤੋਂ ਬਿਲਕੁਲ ਰਹਿਤ ਹੋ ਜਾਂਦਾ ਹੈ। ਜਿੰਨੀ ਸੱਚ ਵਿਸਾਰਿਆ ਸੇ ਦੁਖੀਏ ਚੱਲੇ ਰੋਏ, ਜਾਂ ਦੁਖ ਦਰਦ ਭਰਮ ਪੋ ਨਸਿਆ, ਕਰਨ ਹਾਰ ਨਾਨਕ ਮਨ ਬਸਿਆ। ਗਉੜੀ ਮਹਿਲਾ ਪੰਜਵਾਂ। ਜਾਂ ਰੋਗ ਸੋਗ ਸਭ ਦੋਖ ਬਿਨਸਹਿ, ਜਪਤ ਨਾਮ ਮੁਰਾਰੀ। ਗਉੜੀ ਮਹਿਲਾ ਪੰਜਵਾਂ। ਜੋ ਹਰ ਹਰ ਨਾਮ ਧਿਆਇਂਦੇ, ਤਿਨ ਜਮ ਨੇੜ ਨਾ ਆਵੈ। ਆਸਾ ਮਹਿਲਾ ਚੌਥਾ। ਉਹ ਦੂਸਰੇ ਬਿਮਾਰ ਲੋਕਾਂ ਨੂੰ ਆਪਣੀ ਰੂਹਾਨੀ ਛੂਹ ਨਾਲ ਰਾਜੀ ਕਰਨ ਦੇ ਯੋਗ ਬਣ ਜਾਂਦਾ ਹੈ। ਬੰਦਗੀ ਕਰਨ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਵਾਕ ਦੀ ਸੱਚਾਈ ਪ੍ਰਤੱਖ ਨਜ਼ਰ ਆਉਂਦੀ ਹੈ। ਸਦਾ ਰਹੇ ਕੰਚਨ ਸੀ ਕਾਇਆ, ਰੋਗ ਨ ਕਬਹੂ ਵਿਆਪੇ। ਰੱਬ ਨਾਲ ਜੁੜਿਆ ਹੋਇਆ ਮਨੁੱਖ ਆਪਣੇ ਆਪ ਨੂੰ ਬਿਮਾਰੀਆਂ, ਹਾਦਸਿਆਂ ਤੇ ਮੌਤ ਦੇ ਡਰ ਤੋਂ ਰਹਿਤ ਦੇਖਦਾ ਹੈ। ਤਾਤੀ ਵਾਓ ਨ ਲੱਗ ਗਈ, ਪਾਰ ਬ੍ਰਹਮ ਸਰਨਾਈ। ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੈ ਨਾ ਪਾਈ। ਬਿਲਾਵਲ ਮਹਿਲਾ ਪੰਜਵਾਂ। ਬੰਦਗੀ ਕਰਨ ਵਾਲੇ ਦੀਆਂ ਸਭ ਜ਼ਰੂਰੀ ਤੇ ਸਾਧਾਰਨ ਦੁਨਿਆਵੀ ਤੇ ਆਤਮਿਕ ਲੋੜਾਂ ਖੁਦ ਬ ਖੁਦ ਪੂਰੀਆਂ ਹੁੰਦੀਆਂ ਰਹਿੰਦੀਆਂ ਹਨ। ਇੱਥੋਂ ਤੱਕ ਕਿ ਉਸ ਨੂੰ ਮੰਗਣ ਦੀ ਲੋੜ ਨਹੀਂ ਪੈਂਦੀ। ਹੱਥ ਅੱਡਣ ਦੀ ਆਦਤ ਭੁੱਲ ਜਾਂਦੀ ਹੈ। ਉਸ ਦੀ ਭੁੱਖ ਤੇ ਤ੍ਰਿਸ਼ਨਾ ਦੂਰ ਹੋ ਜਾਂਦੀਆਂ ਹਨ। ਤਿਸ ਕੀ ਤ੍ਰਿਸ਼ਨਾ ਭੁੱਖ ਸਭ ਉਤਰੈ, ਜੋ ਹਰ ਨਾਮ ਤੇ ਆਵੈ। ਬੰਦਗੀ ਕਰਨ ਦੇ ਜ਼ਰੀਏ ਰੱਬ ਨਾਲ ਇੱਕ ਹੋਣ ਦੀ ਜਾਚ ਆ ਜਾਂਦੀ ਹੈ ਅਤੇ ਰੱਬ ਨਾਲ ਇੱਕ ਹੋਇਆ ਰੱਬ ਦੀਆਂ ਸਾਰੀਆਂ ਤਾਕਤਾਂ ਤੇ ਖੂਬੀਆਂ ਬੰਦਗੀ ਕਰਨ ਵਾਲਿਆਂ ਵਿੱਚ ਆ ਜਾਂਦੀਆਂ ਹਨ। ਬੰਦਗੀ ਕਰਨ ਨਾਲ ਆਦਮੀ ਨੂੰ ਉਹ ਖਜ਼ਾਨਾ ਲੱਭਦਾ ਹੈ ਜਿਸ ਦੀ ਭਾਲ ਵਿੱਚ ਸਾਰੀ ਦੁਨੀਆ ਜਾਣਦੀ ਨਾ ਜਾਣਦੀ ਹੋਈ ਭਟਕ ਰਹੀ ਹੈ, ਬੇਜ਼ਾਰ ਤੇ ਬੇਬਲ ਹੋ ਰਹੀ ਹੈ। ਗਉੜੀ ਮਹਿਲਾ ਪੰਜਵਾਂ। ਗੁਜੜਾ ਲੱਦਮ ਲਾਲ ਮੱਥੇ ਹੀ ਪ੍ਰਗਟ ਥਿਆ, ਸੋਈ ਸੁਹਾਵਾ ਥਾਨ ਜਿੱਥੇ ਪ੍ਰਿਯ ਨਾਨਕ ਜੀ ਤੂੰ ਉਠਿਆ। ਪੌੜੀ। ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਤੁਧ ਸਭ ਕਿਛ ਮੈਨੂੰ ਸੌਂਪਿਆ ਜਾ ਤੇਰਾ ਬੰਦਾ।
ਲਖਮੀ ਤੋਟ ਨਾ ਆਵਈ, ਖਾਏ ਖਰਚ ਰਹਿਣ ਦਾ। ਲੱਖ 84 ਮੇਦਨੀ ਸਭ ਸੇਵ ਕਰਨ ਦਾ। ਇਹ ਵੈਰੀ ਮਿੱਤਰ ਸਭ ਕੀਤਿਆਂ, ਨਹਿ ਮੰਗੈ ਮੰਦਾ। ਲੇਖਾ ਕੋਏ ਨਾ ਪੁੱਛਈ, ਜਾ ਹਰ ਬਖਸ਼ਣ ਦਾ। ਆਨੰਦ ਭਇਆ ਸੁਖ ਪਾਇਆ, ਮਿਲ ਗੁਰ ਗੋਵਿੰਦਾ। ਸਭੇ ਕਾਜ ਸਵਾਰੇ ਐ, ਜਾ ਤੁਧ ਭਾਵੰਦਾ। ਕੀ ਇਹ ਫਾਇਦੇ ਇਤਨੇ ਕਾਫੀ ਨਹੀਂ ਕਿ ਇਹਨਾਂ ਵਾਸਤੇ ਉਦਮ, ਖੋਜ ਤੇ ਮਿਹਨਤ ਕੀਤੀ ਜਾਵੇ? ਕਿ ਅਸੀਂ ਇਹਨਾਂ ਨਾਲੋਂ ਕਿਤੇ ਘਟੀਆ ਤੇ ਆਰਜ਼ੀ ਚੀਜ਼ਾਂ ਦੇ ਹਾਸਲ ਕਰਨ ਵਾਸਤੇ ਪੂਰਾ ਜ਼ੋਰ, ਵਕਤ ਅਤੇ ਆਪਣਾ ਸਭ ਕੁਝ ਨਿਛਾਵਰ ਨਹੀਂ ਕਰ ਰਹੇ? ਖੁਸ਼ੀਆਂ ਤੇ ਸੁੱਖਾਂ ਦੇ ਪਰਛਾਵੇਂ ਵਾਸਤੇ ਅਸੀਂ ਦਿਨ ਰਾਤ ਮਾਰੇ ਫਿਰ ਸਕਦੇ ਹਾਂ, ਪਰ ਸੱਚੀ ਖੁਸ਼ੀ, ਸਦਾ ਦੇ ਸੁੱਖ, ਇੱਥੇ ਅਤੇ ਅੱਗੇ ਦੇ ਅਟਲ ਆਨੰਦ ਨੂੰ ਹਾਸਲ ਕਰਨ ਦਾ ਸਾਨੂੰ ਖਿਆਲ ਤੱਕ ਨਹੀਂ ਆਉਂਦਾ ਕਿ ਸਾਡੀ ਹਰ ਪਾਸੇ ਨਾਕਾਮਯਾਬੀ, ਨਿਰਾਸ਼ਤਾ ਅਤੇ ਪਰੇਸ਼ਾਨੀ ਦਾ ਕਾਰਨ ਸਾਡੀ ਤਾਕਤ ਦੀ ਗਲਤ ਵਰਤੋਂ ਤੇ ਨਹੀਂ। ਬੰਦਗੀ ਕਰਨ ਵਾਲਾ ਪੁਰਸ਼ ਸਾਰੇ ਬ੍ਰਹਿਮੰਡ ਨੂੰ ਆਪਣੇ ਪਿਓ ਦੀ ਚੀਜ਼ ਸਮਝਦਾ ਹੈ ਅਤੇ ਸੰਸਾਰ ਵਿੱਚ ਮਾਲਕ ਬਣ ਕੇ ਚੱਲਦਾ ਫਿਰਦਾ ਹੈ। ਦੁਨੀਆ ਦੀਆਂ ਸਭ ਸ਼ਕਤੀਆਂ ਉਸਦੇ ਹਮ ਰਕਾਬ ਚਲਦੀਆਂ ਹਨ, ਕਿਉਂਕਿ ਉਹ ਸਭ ਉਸਦੇ ਪਿਓ ਦੀ ਮਲਕੀਅਤ ਹੁੰਦੀਆਂ ਹਨ। ਇਸ ਧਰਤੀ ਮੈਂ ਤੇਰੀ ਸਿੱਖਦਾਰੀ ਦੇ ਅਰਥ ਉਸ ਨੂੰ ਸਾਫ਼ ਹੋ ਜਾਂਦੇ ਹਨ। ਉਸ ਦੀ ਤਬੀਅਤ ਪਾਤਸ਼ਾਹੀ ਬਣ ਜਾਂਦੀ ਹੈ, ਕਿਉਂਕਿ ਉਹ ਆਪਣੇ ਪਿਤਾ ਨੂੰ ਪਾਤਸ਼ਾਹਾਂ ਦਾ ਪਾਤਸ਼ਾਹ, ਅਟਲ ਸੁਲਤਾਨ ਦੇਖਦਾ ਹੈ। ਬੰਦਗੀ ਕਰਨ ਵਾਲੇ ਪੁਰਸ਼ ਨੂੰ ਐਸੇ ਆਤਮਕ ਗੁਰ ਯਾਦ ਹੋ ਜਾਂਦੇ ਹਨ ਜਿਨ੍ਹਾਂ ਨਾਲ ਉਹ ਕਰਤਾਰ ਨੂੰ ਹਰ ਵੇਲੇ ਆਪਣੇ ਕੋਲ ਰੱਖ ਸਕਦਾ ਹੈ। ਜਿੱਥੇ ਜਾਵੇ ਹਰੀ ਉਸਦੇ ਨਾਲ ਰਹਿੰਦਾ ਹੈ। ਘਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕਹਿ ਹੈ ਸੰਗ। ਤਨਾਸਰੀ ਮਹਿਲਾ ਪੰਜਵਾਂ। ਹਰੀ ਦੀ ਤਾਕਤ ਨਾਲ ਅਭਿਆਸੀ ਪਹਿਲੇ ਆਪਣੀਆਂ ਮੰਦ ਵਾਸ਼ਨਾਵਾਂ ਨੂੰ ਜਿੱਤਦਾ ਹੈ, ਮਨ ਨੂੰ ਜਿੱਤਦਾ ਹੈ, ਪ੍ਰਕਿਰਤੀ ਨੂੰ ਜਿੱਤਦਾ ਹੈ, ਦੁਨੀਆ ਦਾ ਮਾਲਕ ਬਣਦਾ ਹੈ, ਸਾਰੇ ਬ੍ਰਹਮੰਡ ਨੂੰ ਆਪਣੀ ਤਾਬਿਆਂ ਦੇਖਦਾ ਹੈ। ਜਦ ਕੋਈ ਹੋਰ ਚੀਜ਼ ਜਿੱਤਣ ਵਾਲੀ ਨਾ ਰਹੇ ਤਾਂ ਆਪਣੇ ਪਿਤਾ ਦੇ ਚਰਨਾਂ ਵਿੱਚ ਹਮੇਸ਼ਾ ਲਈ ਆਪਣੀ ਖੁਸ਼ੀ ਨਾਲ ਆਪਣੀ ਮਰਜ਼ੀ ਅਨੁਸਾਰ ਸਮਾ ਜਾਂਦਾ ਹੈ। ਪੁੱਤਰ ਦੇ ਪਿਤਾ ਵਿੱਚ ਸਮਾ ਜਾਣ ਦਾ ਅਰਥ ਪਿਤਾ ਦਾ ਰੂਪ ਹੋ ਜਾਣਾ ਹੈ। ਜਿੱਥੇ ਪਿਤਾ ਪੁੱਤਰ ਵਿੱਚ ਭੇਦ ਨਹੀਂ ਰਹਿੰਦਾ, ਇੰਜ ਮਾਲੂਮ ਹੁੰਦਾ ਹੈ ਕਿ ਪੁੱਤਰ ਕਦੀ ਹੈ ਹੀ ਨਹੀਂ ਸੀ, ਪਿਤਾ ਹੀ ਪਿਤਾ ਸੀ। ਕੇਵਲ ਪੁੱਤਰ ਪਿਤਾ ਦਾ ਹੀ ਇੱਕ ਚਲਿਤ ਸੀ। ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ। ਰਾਮ ਕਬੀਰਾ ਏਕ ਭਏ ਹੈ, ਕੋਏ ਨਾ ਸਕੈ ਪਛਾਨੀ। ਰਾਮ ਕਲੀ ਭਗਤ ਕਬੀਰ ਜੀ। ਇਹਨਾਂ ਉੱਚੀਆਂ ਅਵਸਥਾਵਾਂ ਵਿੱਚ ਪਹੁੰਚਣਾ ਮੇਰੇ ਸੱਚੇ ਖੋਜੀ ਵਾਸਤੇ ਕੋਈ ਮੁਸ਼ਕਲ ਗੱਲ ਨਹੀਂ। ਇਹ ਸਭ ਉੱਚੇ ਆਤਮਕ ਮੁਨਾਰੇ ਗੁਰਮੁਖਾਂ ਵਾਸਤੇ ਹੀ ਬਣਾਏ ਗਏ ਹਨ, ਤਾਂ ਕਿ ਇਹ ਉਹਨਾਂ ਮੁਨਾਰਿਆਂ ਵਿੱਚ ਬੈਠ ਕੇ ਖੁਦਾਈ ਨਜ਼ਰ ਨਾਲ ਸਾਰੇ ਸੰਸਾਰ ਵੱਲ ਤੱਕ ਸਕਣ। ਹਰ ਇੱਕ ਗੁਰਮੁਖ ਗੁਰਸਿੱਖ ਪਿਆਰੇ ਦਾ ਇਹਨਾਂ ਉੱਚੀਆਂ ਆਤਮਕ ਅਵਸਥਾਵਾਂ ਤੇ ਇਤਨਾ ਹੀ ਹੱਕ ਹੈ ਜਿਤਨਾ ਇੱਕ ਪੁੱਤਰ ਨੂੰ ਆਪਣੇ ਬਾਪ ਦੀ ਜਾਇਦਾਦ ਤੇ ਹੁੰਦਾ ਹੈ। ਪਿਤਾ ਪੁੱਤਰ ਦੀਆਂ ਕੋਈ ਚੀਜ਼ਾਂ ਵੰਡੀਆਂ ਹੋਈਆਂ ਨਹੀਂ ਹੁੰਦੀਆਂ। ਪਿਆਰੇ ਪਾਠਕ, ਤੂੰ ਇਸ ਸੱਚੇ ਦਿਲ ਨਾਲ ਇੱਕ ਉੱਦਮ ਉਠਾ ਕੇ ਵੇਖ, ਸ੍ਰਿਸ਼ਟੀ ਦੀਆਂ ਸੂਖਸ਼ਮ ਤਾਕਤਾਂ ਕਿਸ ਤਰ੍ਹਾਂ ਤੇਰੀ ਮਦਦ ਵਾਸਤੇ ਦੌੜਦੀਆਂ ਹਨ। ਕਿਵੇਂ ਕਰਤਾਰ ਤੈਨੂੰ ਮਿਲਣ ਲਈ ਆਪਣੀ ਬੇਬਲਤਾ ਜ਼ਾਹਿਰ ਕਰਦਾ ਹੈ। ਨੇਕ ਨੀਅਤੀ ਨਾਲ ਨਿਮਾਣਾ ਹੋ ਕੇ ਬੰਦਗੀ ਕਰ, ਹੰਬਲਾ ਮਾਰ ਤੇ ਭਾਈ ਗੁਰਦਾਸ ਜੀ ਦੇ ਕਥਨ ਦੀ ਸੱਚਾਈ ਪਰਤਾ ਕੇ ਦੇਖ। ਚਰਨ ਸਰਣ ਗੁਰ ਏਕ ਪੈਂਡਾ ਜਾਏ ਚਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਇਸ ਪੁਸਤਕ ਵਿੱਚ ਮੇਰੇ ਆਤਮਕ ਤਜਰਬੇ ਦਰਜ ਹਨ। ਹੋ ਸਕਦਾ ਹੈ ਇਹ ਕਿਸੇ ਹੋਰ ਗੁਰਮੁਖ ਨਾਮ ਅਭਿਆਸੀ ਦੇ ਆਤਮਕ ਤਜਰਬਿਆਂ ਨਾਲ ਪੂਰਨ ਤੌਰ ਤੇ ਸਹਿਮਤ ਨਾ ਹੋਣ। ਇਹਨਾਂ ਵਿੱਚ ਕੋਈ ਗਲਤੀ ਨਾ ਹੋਣ ਦਾ ਦਾਅਵਾ ਨਹੀਂ, ਭਾਵ ਕੇਵਲ ਗੁਰਸਿੱਖਾਂ ਵਿੱਚ ਸੱਚ ਦੀ ਖੋਜ ਦਾ ਉਤਸ਼ਾਹ ਪੈਦਾ ਕਰਨਾ ਅਤੇ ਇਸ ਖੋਜ ਵਿੱਚ ਪਏ ਹੋਏ ਸੁਭਾਗੇ ਹਮਸਫਰਾਂ ਦਾ ਹੌਸਲਾ ਵਧਾਉਣਾ ਹੈ। ਆਤਮਕ ਖੋਜ ਵਿੱਚ ਸਾਰੇ ਭਰਮ ਤੇ ਸ਼ੰਕੇ ਉਪਜਣੇ ਜ਼ਰੂਰੀ ਹਨ। ਇਹ ਜਦ ਤੱਕ ਸਾਫ਼ ਨਾ ਹੋਣ, ਆਤਮਕ ਤਰੱਕੀ ਰੁਕੀ ਰਹਿੰਦੀ ਹੈ। ਸ਼ੰਕੇ ਨਿਵਰਤ ਕਰਨ ਵਾਸਤੇ ਸੰਤ ਪੁਰਸ਼ਾਂ, ਸੰਤਾਂ, ਮਹਾਤਮਾਵਾਂ ਦਾ ਮੇਲ ਤੇ ਉਹਨਾਂ ਦੀ ਪ੍ਰਸੰਨਤਾ ਲਾਜ਼ਮੀ ਹੈ। ਪਰ ਅੱਜ ਕੱਲ ਦੇ ਸਮੇਂ ਵਿੱਚ ਸੱਚੇ ਨਾਮ ਅਭਿਆਸੀ ਜੋ ਗੁਰੂ ਨਾਨਕ ਦੇ ਨੁਕਤਾ ਨਿਗਾਹ ਤੋਂ ਆਪ ਜਾਣੂ ਅਤੇ ਦੂਸਰਿਆਂ ਨੂੰ ਖਾਸ ਕਰਕੇ ਪੱਛਮੀ ਵਿਦਿਆ ਪੜ੍ਹੇ ਲਿਖੇ ਨੂੰ ਮਦਦ ਦੇਣ ਦੇ ਯੋਗ ਹੋਣ, ਮਿਲਣੇ ਕੋਈ ਸੌਖਾ ਕੰਮ ਨਹੀਂ। ਇਸ ਪੁਸਤਕ ਵਿੱਚ ਇਸ ਦਿੱਕਤ ਨੂੰ ਕਿਸੇ ਹੱਦ ਤੱਕ ਦੂਰ ਕਰਨ ਦਾ ਯਤਨ ਕੀਤਾ ਗਿਆ ਹੈ। ਕਈ ਮਹਾਤਮਾਵਾਂ ਦਾ ਖਿਆਲ ਹੈ
ਕਿ ਆਤਮਿਕ ਗਿਆਨ ਜਾਂ ਆਪਣੇ ਆਤਮਿਕ ਤਜਰਬੇ ਆਮ ਲੋਕਾਂ ਨੂੰ ਨਹੀਂ ਦੱਸਣੇ ਚਾਹੀਦੇ, ਕਿਉਂਕਿ ਆਮ ਲੋਕ ਆਤਮਿਕ ਸੱਚਾਈ ਨੂੰ ਸਮਝਣ ਦੇ ਯੋਗ ਨਹੀਂ ਹੁੰਦੇ ਅਤੇ ਕਈ ਵਾਰੀ ਬਜਾਏ ਫਾਇਦੇ ਦੇ ਨੁਕਸਾਨ ਉਠਾ ਲੈਂਦੇ ਹਨ। ਦੂਜਾ, ਆਤਮਿਕ ਗਿਆਨ ਬੜੀ ਦੁਰਲਭ ਚੀਜ਼ ਹੈ, ਇਸ ਨੂੰ ਸਸਤਿਆਂ ਨਹੀਂ ਕਰਨਾ ਚਾਹੀਦਾ। ਤੀਜਾ, ਆਪਣੇ ਤਜਰਬੇ ਦੱਸਣ ਨਾਲ ਮਾਨਤਾ ਹੋਣ ਲੱਗ ਜਾਂਦੀ ਹੈ, ਹੰਕਾਰ ਹੋ ਜਾਂਦਾ ਹੈ। ਚੌਥਾ, ਆਤਮਿਕ ਦਾਤ ਨੂੰ ਵੰਡਿਆਂ ਆਪਣੇ ਆਪ ਵਿੱਚ ਊਣਤਾਈ ਤੇ ਕਮਜ਼ੋਰੀ ਆ ਜਾਂਦੀ ਹੈ। ਮੈਂ ਇਹਨਾਂ ਚੌਹਾਂ ਇਤਰਾਜ਼ਾਂ ਨੂੰ ਚੰਗੀ ਤਰ੍ਹਾਂ ਵਿਚਾਰਿਆ ਹੈ ਅਤੇ ਇਸ ਨਤੀਜੇ ਤੇ ਪਹੁੰਚਿਆ ਹਾਂ। ਪਹਿਲਾ, ਆਤਮਿਕ ਸੱਚਾਈ ਦੱਸਣ ਨਾਲ ਕਿਸੇ ਹਾਲਤ ਵਿੱਚ ਵੀ ਕਿਸੇ ਦਾ ਨੁਕਸਾਨ ਨਹੀਂ ਹੁੰਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੱਚਾਈ ਦਾ ਬੜੇ ਸਪਸ਼ਟ ਤੇ ਜ਼ੋਰਦਾਰ ਅੱਖਰਾਂ ਵਿੱਚ ਪ੍ਰਚਾਰ ਕੀਤਾ ਗਿਆ ਹੈ। ਹਰ ਇੱਕ ਸਿੱਖ ਦਾ ਇਸ ਪ੍ਰਚਾਰ ਨੂੰ ਆਮ ਲੋਕਾਂ ਤੱਕ ਪਹੁੰਚਾਉਣਾ ਫਰਜ਼ ਹੈ। ਦੂਜਾ, ਬੇਸ਼ੱਕ ਆਤਮਿਕ ਸੱਚਾਈ ਦੁਰਲਭ ਚੀਜ਼ ਹੈ, ਪਰ ਇਸ ਨੂੰ ਆਪਣੀਆਂ ਛਾਤੀਆਂ ਵਿੱਚ ਬੰਦ ਰੱਖਣ ਅਤੇ ਖੁੱਲ੍ਹਾ ਪ੍ਰਚਾਰ ਨਾ ਕਰਨ ਨਾਲ ਅੱਜ ਆਤਮਿਕ ਖੋਜੀ ਅਲੋਪ ਹੋ ਰਹੇ ਹਨ। ਕਈ ਲੋਕ ਆਤਮਿਕ ਗਿਆਨ ਨੂੰ ਬੇਲੋੜੀ ਤੇ ਵਿਹਲਿਆਂ ਦੀ ਕਾਰ ਸਮਝਦੇ ਹਨ। ਹਾਲਾਂਕਿ ਕੋਈ ਵਕਤ ਸੀ ਕਿ ਆਤਮਿਕ ਗਿਆਨ ਬਿਨਾਂ ਇਨਸਾਨ ਦੁਨੀਆ ਦੇ ਕਿਸੇ ਕਾਰ ਵਿਹਾਰ ਦੇ ਲਾਇਕ ਨਹੀਂ ਸੀ ਸਮਝਿਆ ਜਾਂਦਾ। ਆਤਮਿਕ ਗਿਆਨ ਵਿਦਿਆ ਦਾ ਅਤੀ ਜ਼ਰੂਰੀ ਹਿੱਸਾ ਗਿਣਿਆ ਜਾਂਦਾ ਸੀ। ਤੀਸਰਾ, ਜੈਸੀ ਨੀਅਤ ਤੈਸੀ ਮੁਰਾਦ। ਜੋ ਆਦਮੀ ਨੇਕ ਨੀਅਤੀ ਨਾਲ ਸਰਬਤ ਦੇ ਭਲੇ ਵਾਸਤੇ ਆਪਣੇ ਤਜਰਬੇ ਪੇਸ਼ ਕਰਦਾ ਹੈ, ਉਸ ਨੂੰ ਫਲ ਹਮੇਸ਼ਾ ਭਲਾਈ ਦੀ ਸ਼ਕਲ ਵਿੱਚ ਮਿਲਦਾ ਹੈ, ਕਦੀ ਹੰਕਾਰ ਪੈਦਾ ਨਹੀਂ ਹੋ ਸਕਦਾ। ਆਦਮੀ ਦੀ ਮਾਨਤਾ ਕਈਆਂ ਹਾਲਤਾਂ ਵਿੱਚ ਉਸ ਨੂੰ ਨਿਰਮਾਣ ਬਣਾ ਦਿੰਦੀ ਹੈ। ਸੱਚੇ ਗੁਰਸਿੱਖ ਦੀ ਨਿਗਾਹ ਵਿੱਚ ਗੁਰਸਿੱਖੀ ਦੇ ਮਰਾਤਬੇ ਨਾਲੋਂ ਦੁਨੀਆ ਦੇ ਦਿੱਤੇ ਸਭ ਰੁਤਬੇ, ਮਾਣ ਅਤੇ ਖਿਤਾਬ ਛੋਟੇ ਤੇ ਹਕੀਰ ਹੁੰਦੇ ਹਨ। ਚੌਥਾ, ਆਤਮਿਕ ਦਾਤ ਵੰਡਿਆਂ ਘਟਦੀ ਨਹੀਂ। ਇੱਥੇ ਵੀ ਨੀਅਤ ਤੇ ਮੁਰਾਦ ਦਾ ਅਸੂਲ ਕੰਮ ਕਰਦਾ ਹੈ। ਜਿਸ ਖਿਆਲ ਨਾਲ ਆਤਮਿਕ ਪ੍ਰਚਾਰ ਕੀਤਾ ਜਾਵੇ, ਉਸ ਦਾ ਐਸਾ ਹੀ ਫਲ ਨਿਕਲਦਾ ਹੈ। ਕਦੀ ਮੈਂ ਲੁਕ ਛਿਪ ਕੇ ਭਜਨ ਕਰਨ ਨੂੰ ਬੜਾ ਚੰਗਾ ਸਮਝਦਾ ਸਾਂ ਅਤੇ ਪਹਿਲੀ ਅਵਸਥਾ ਵਿੱਚ ਅਭਿਆਸੀ ਨੂੰ ਐਸਾ ਹੀ ਕਰਨਾ ਚਾਹੀਦਾ ਹੈ। ਮੈਨੂੰ ਸਿਮਰਨ ਅਭਿਆਸ ਦਾ ਸ਼ੌਕ ਆਪਣੇ ਵੱਡੇ ਮਾਂ ਜੀ ਯਾਨੀ ਦਾਦੀ ਜੀ ਦੇ ਸਤਸੰਗ ਤੋਂ ਸ਼ੁਰੂ ਹੋਇਆ। 20-25 ਸਾਲ ਮੈਂ ਸਿਮਰਨ ਅਭਿਆਸ ਕਾਫੀ ਲੁਕ ਕੇ ਕੀਤਾ ਹੈ। ਆਪਣੇ ਰਿਸ਼ਤੇਦਾਰਾਂ, ਇਸਤਰੀ, ਬਾਲ ਬੱਚਿਆਂ ਅਤੇ ਦੋਸਤਾਂ ਨੂੰ ਪਤਾ ਨਹੀਂ ਲੱਗਣ ਦਿੱਤਾ। ਅੱਧੀ ਰਾਤ ਨੂੰ ਜਾਗਣ ਤੇ ਸਵੇਰ ਸਾਰ ਸੋ ਜਾਣ ਦੀ ਆਦਤ ਨਾਲ ਆਪਣੀ ਖੋਜ ਨੂੰ ਕਾਫੀ ਤੌਰ ਤੇ ਗੁਪਤ ਰੱਖ ਸਕਿਆ ਹਾਂ, ਪਰ ਕਿਸੇ ਖਾਸ ਵਕਤ ਤੋਂ ਬਾਅਦ ਆਪਣੇ ਆਤਮਿਕ ਤਜਰਬਿਆਂ ਨੂੰ ਗੁਪਤ ਰੱਖਣਾ ਮੈਂ ਖੁਦਗਰਜੀ ਸਮਝਦਾ ਹਾਂ। ਆਪਣੀ ਖੋਜ ਅਤੇ ਆਪਣੇ ਜੀਵਨ ਤਜਰਬੇ ਨੂੰ ਦੁਨੀਆ ਦੀ ਸੇਵਾ ਵਿੱਚ ਪੇਸ਼ ਕਰਨਾ ਕੁੱਲ ਇਨਸਾਨੀ ਤਜਰਬੇ ਨੂੰ ਅਮੀਰ ਬਣਾਉਣਾ ਤੇ ਵਧਾਉਣਾ ਹੈ। ਮੈਡਮ ਡੀ ਸਟੀਲ ਦੇ ਕਥਨ ਅਨੁਸਾਰ search for truth is the noblest occupation of man. Its publicity is a duty. ਯਾਨੀ ਸੱਚਾਈ ਦੀ ਖੋਜ ਤੇ ਉਸ ਦਾ ਪ੍ਰਚਾਰ ਇਨਸਾਨ ਦਾ ਪਰਮ ਧਰਮ ਹੋਣਾ ਚਾਹੀਦਾ ਹੈ। ਇਸ ਪੁਸਤਕ ਵਿੱਚ ਮੈਂ ਆਪਣੇ ਤਜਰਬੇ ਬਗੈਰ ਸੰਕੋਚ ਦੇ ਅਤੇ ਬਗੈਰ ਵਧਾ ਘਟਾ ਕੇ ਬਿਲਕੁਲ ਸਧਾਰਨ ਅੱਖਰਾਂ ਵਿੱਚ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਐਸਾ ਕਰਨ ਨਾਲ ਮੈਂ ਆਤਮਿਕ ਦ੍ਰਿਸ਼ਟੀ ਤੋਂ ਗਰੀਬ ਜਾਂ ਕਮਜ਼ੋਰ ਨਹੀਂ ਹੋਇਆ, ਸਗੋਂ ਮੇਰਾ ਬਹੁਤ ਭਲਾ ਹੋਇਆ ਹੈ। ਮੇਰੇ ਕਈ ਖਿਆਲ ਇਸ ਪੁਸਤਕ ਦੇ ਲਿਖਣ ਨਾਲ ਸਾਫ਼ ਤੇ ਦ੍ਰਿੜ ਹੋ ਗਏ ਹਨ। ਖੂਹ ਵਿੱਚੋਂ ਜਿਤਨਾ ਪਾਣੀ ਕੱਢੀਏ ਉਤਨਾ ਤਾਜ਼ਾ ਪਾਣੀ ਹੋਰ ਆ ਜਾਂਦਾ ਹੈ। ਆਤਮਿਕ ਕਮਾਈ ਵੰਡਿਆਂ ਥੋੜੀ ਨਹੀਂ ਹੁੰਦੀ, ਸਗੋਂ ਵੱਧਦੀ ਹੈ ਅਤੇ ਐਸਾ ਹੋਣਾ ਵੀ ਚਾਹੀਦਾ ਹੈ। ਇਹ ਉਹ ਖਜ਼ਾਨਾ ਹੈ ਜਿਸ ਸੰਬੰਧੀ ਕਿਹਾ ਗਿਆ ਹੈ, ਖਾਵੇਂ ਖਰਚੇ ਰਲ ਮਿਲ ਭਾਈ, ਟੋਟ ਨਾ ਆਵੇ ਵੱਧੋ ਜਾਈ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਰਲਾਏ। ਗੌੜੀ ਮਹਿਲਾ ਪੰਜਵਾਂ, ਲਾਹੌਰ 1/6/1937। ਰਘਬੀਰ ਸਿੰਘ ਬੀਰ।